ਪਿਆਰੇ ਬੱਚਿਓ, ਆਪਾਂ ਪਹਿਲੇ ਪਾਰਟ ਵਿੱਚ ਪੜ੍ਹਿਆ ਸੀਗਾ ਕਿ ਸੁਧਾ ਮੂਰਤੀ ਨੇ ਹਸਨ ਦੇ ਪੇਰੈਂਟਸ ਨੂੰ ਬੁਲਾ ਲਿਆ ਸਕੂਲ। ਹੁਣ ਕਿਉਂ ਬੁਲਾਇਆ? ਕਿਉਂਕਿ ਉਹ ਰੋਜ਼ ਸਕੂਲ ਨਹੀਂ ਆਉਂਦਾ ਸੀ, ਰੋਜ਼ ਕਲਾਸਾਂ ਨਹੀਂ ਅਟੈਂਡ ਕਰਦਾ ਸੀ। ਇਸ ਕਰਕੇ ਸੁਧਾ ਮੂਰਤੀ ਨੇ ਸੋਚਿਆ ਵੀ ਜੇਕਰ ਮੈਂ ਇਸ ਦੇ ਪੇਰੈਂਟਸ ਨੂੰ ਬੁਲਾ ਕੇ ਗੱਲ ਕਰਾਂ ਤਾਂ ਹੋ ਸਕਦਾ ਹੈ ਇਹਦਾ ਫਾਇਦਾ ਹੋਵੇ, ਇਹਦਾ ਭਲਾ ਹੋਵੇ। ਤਾਂ ਹੁਣ ਉਸਦੇ ਮਾਤਾ ਪਿਤਾ ਦੋਨੇ ਸਕੂਲ ਆਏ ਹੋਏ ਹੈ ਤਾਂ ਉਹਨਾਂ ਨੂੰ ਉਹ ਗੱਲ ਕਰਦੇ ਪਏ ਹੈ। ਕਹਿਣ ਦਾ ਮਤਲਬ ਉਹ ਪੇਰੈਂਟਸ ਟੀਚਰ ਦੀ ਮੀਟਿੰਗ ਹੋ ਰਹੀ ਹੈ। ਆਪਾਂ ਉਸ ਬਾਰੇ ਪੜ੍ਹਦੇ ਹਾਂ। ਇੱਥੋਂ ਪੜ੍ਹਦੇ ਹਾਂ, ਹਸਨਸ ਫਾਦਰ ਵਾਜ਼ ਏ ਬਿਜ਼ੀ ਮੈਨ। ਹਸਨ ਦਾ ਪਿਤਾ ਇੱਕ ਬਿਜ਼ੀ ਮੈਨ ਸੀ, ਉਹ ਬੜਾ ਰੁੱਝਿਆ ਹੋਇਆ ਸੀ ਆਪਣੇ ਕਾਰੋਬਾਰ ਵਿੱਚ। ਐਂਡ ਡਿਡ ਨਾਟ ਟੇਕ ਮਾਈ ਵਰਡਸ ਵੈਰੀ ਸੀਰੀਅਸਲੀ, ਅਤੇ ਉਸਨੇ ਮੇਰੇ ਸ਼ਬਦਾਂ ਨੂੰ ਸੀਰੀਅਸਲੀ ਨਹੀਂ ਲਿਆ, ਉਹਨੂੰ ਜ਼ਿਆਦਾ ਨਹੀਂ ਗੰਭੀਰਤਾ ਨਾਲ ਲਿਆ। He said, as long as he does well, that's fine with me, because after a certain age, children do not listen to their parents. ਉਸਦਾ ਪਿਤਾ ਕੀ ਕਹਿੰਦਾ ਵੀ ਜਦੋਂ ਤੱਕ ਇੱਦਾਂ ਚੱਲੀ ਜਾਂਦਾ ਬਸ ਠੀਕ ਹੈ, ਅਤੇ ਇੱਕ ਏਜ ਇਹੋ ਜਿਹੀ ਆ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਬੱਚੇ ਆ ਆਪਦੇ ਪੇਰੈਂਟਸ ਦੀ ਗੱਲ ਨਹੀਂ ਸੁਣਦੇ ਹੁੰਦੇ। ਓਨਲੀ ਲਾਈਫ ਵਿਲ ਟੀਚ ਦੈਮ, ਸਿਰਫ ਜ਼ਿੰਦਗੀ ਹੀ ਉਸਨੂੰ ਸਬਕ ਸਿਖਾਉਂਦੀ ਹੈ। ਬਟ ਹਿਜ਼ ਮਦਰ ਵਾਜ਼ ਇਨ ਟੀਅਰਸ, ਪਰੰਤੂ ਉਸਦੀ ਮਾਤਾ ਹੰਝੂ ਹੁੰਦੇ ਆ ਗਏ ਸੀ। ਮੈਡਮ, ਆਈ ਹੈਵ ਫੇਲਡ ਐਜ਼ ਏ ਮਦਰ, ਮੈਂ ਮਾਤਾ ਦੇ ਤੌਰ 'ਤੇ ਫੇਲ ਹੋ ਗਈ ਹਾਂ। ਇਹ ਮੈਡਮ ਨੂੰ ਸੰਬੋਧਨ ਕਰਕੇ ਉਸਦੀ ਮਾਤਾ ਕੀ ਕਰ ਰਹੀ ਹੈ ਵੀ ਮੈਂ ਮਦਰ ਦੇ ਤੌਰ 'ਤੇ ਫੇਲ ਹੋ ਗਈ ਹਾਂ। ਹੀ ਡਜ਼ ਨਾਟ ਲਿਸਨ ਟੂ ਮੀ ਐਟ ਆਲ। ਹੁਣ ਜਿਹੜੀ ਮਾਂ ਹੈ ਉਹ ਆਪਦਾ ਜਿਵੇਂ ਕਹਿ ਲਓ ਵੀ ਆਪਦੇ ਦਿਲ ਦਾ ਦੁੱਖ ਦੱਸ ਰਹੀ ਹੈ ਵੀ ਉਹ ਮੇਰੀ ਗੱਲ ਨਹੀਂ ਸੁਣਦਾ। ਕੌਣ? ਹਸਨ। ਹੀ ਸਪੈਂਡਸ ਆਲ ਨਾਈਟ ਲਿਸਨਿੰਗ ਟੂ ਮਿਊਜ਼ਿਕ। ਹੁਣ ਪ੍ਰੋਬਲਮ ਪਤਾ ਕੀ ਸੀ ਵੀ ਉਹ ਸਾਰੀ ਰਾਤ ਮਿਊਜ਼ਿਕ ਸੁਣਦਾ ਰਹਿੰਦਾ ਸੀ। ਐਂਡ ਚੈਟਿੰਗ ਵਿਦ ਹਿਜ਼ ਫਰੈਂਡਸ, ਅਤੇ ਆਪਦੇ ਫਰੈਂਡਸ ਨਾਲ ਚੈਟ ਕਰਦਾ ਰਹਿੰਦਾ ਸੀ। ਰਾਤੀ ਸਾਰੀ ਰਾਤ ਕੀ ਕਰਦਾ ਰਹਿੰਦਾ ਸੀ? ਜਾਂ ਤਾਂ ਮਿਊਜ਼ਿਕ ਸੁਣਦਾ ਰਹਿੰਦਾ ਸੀ ਜਾਂ ਫਿਰ ਆਪਦੇ ਮਿੱਤਰਾਂ ਨਾਲ ਚੈਟਿੰਗ ਕਰਦਾ ਰਹਿੰਦਾ ਸੀ। ਹੀ ਸਲੀਪਸ ਐਟ 6 ਇਨ ਦਾ ਮੋਰਨਿੰਗ, ਅਤੇ ਸੌਂਦਾ ਕਿੰਨੇ ਵਜੇ ਹੈ? 6 ਵਜੇ ਸਵੇਰੇ। ਹਾਊ ਕੈਨ ਹੀ ਕਮ ਟੂ ਐਨੀ ਕਲਾਸ, ਉਹ ਕਿਸੇ ਕਲਾਸ ਵਿੱਚ ਕਿਵੇਂ ਆ ਸਕਦਾ ਹੈ? He does not pay any attention to what I say and tells me I repeat the same thing always. ਉਹ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ, ਉਹ ਜੋ ਮੈਂ ਕਹਿੰਦੀ ਹਾਂ ਉਸ ਵੱਲ ਦਿੰਦਾ ਕੋਈ ਧਿਆਨ ਨਹੀਂ, ਅਤੇ ਸਗੋਂ ਮੈਨੂੰ ਕਹਿੰਦਾ ਹੈ ਵੀ ਮੈਂ ਹਰ ਇੱਕ ਚੀਜ਼ਾਂ ਨੂੰ ਐਵੇਂ ਰਿਪੀਟ ਕਰਦੀ ਰਹਿੰਦੀ ਹਾਂ, ਵਾਰ-ਵਾਰ ਬੋਲਦੀ ਰਹਿੰਦੀ ਹਾਂ। The meeting ended in an argument between his parents. His father said, "You are the mother and it is your duty to correct him." ਹੁਣ ਜਿਹੜੀ ਇਹ ਮੀਟਿੰਗ ਪੇਰੈਂਟਸ ਦੀ ਬੁਲਾਈ ਗਈ ਸੀ ਸੁਧਾ ਮੂਰਤੀ ਵੱਲੋਂ, ਉਹ ਫਰੂਟਲੈਸਲੀ ਖਤਮ ਹੋ ਗਈ। ਉਹ ਆਰਗੂਮੈਂਟ ਵਿੱਚ ਬਦਲ ਗਈ। ਉਸਦੇ ਪਿਤਾ ਨੇ ਕਿਹਾ ਵੀ ਤੂੰ ਮਾਤਾ ਹੈ, ਇਹ ਤੇਰੀ ਡਿਊਟੀ ਹੈ ਉਸਨੂੰ ਉਸਦਾ ਧਿਆਨ ਰੱਖਣਾ, ਉਸਨੂੰ ਠੀਕ ਕਰਨਾ। ਯੂ ਸ਼ੁੱਡ ਸਪੈਂਡ ਮੋਰ ਟਾਈਮ ਵਿਦ ਹਿਮ, ਤੈਨੂੰ ਉਸ ਨਾਲ ਜ਼ਿਆਦਾ ਟਾਈਮ ਬਤੀਤ ਕਰਨਾ ਚਾਹੀਦਾ ਹੈ। ਆਈ ਐਮ ਸੋ ਬਿਜ਼ੀ, ਯੂ ਹੈਵ ਫੇਲਡ, ਮੈਂ ਤਾਂ ਬਹੁਤ ਬਿਜ਼ੀ ਹਾਂ, ਤੂੰ ਅਸਫਲ ਰਹੀ ਹੈ। ਹਿਜ਼ ਮਦਰ ਸੈਡ, ਯੂ ਆਰ ਦਾ ਫਾਦਰ, ਤੂੰ ਪਿਤਾ ਹੈ। ਇਟ ਇਜ਼ ਡਿਫੀਕਲਟ ਟੂ ਕੰਟਰੋਲ ਬॉयਜ਼, ਲੜਕਿਆਂ ਨੂੰ ਕੰਟਰੋਲ ਕਰਨਾ ਔਖਾ ਹੈ। ਯੂ ਕੈਨ ਸਪੀਕ ਟੂ ਹਿਮ ਮੈਨ ਟੂ ਮੈਨ, ਤੁਸੀਂ ਇਹਦੇ ਨਾਲ ਸਿੱਧਾ ਗੱਲ ਕਰ ਸਕਦੇ ਹੋ। ਅਰਨਿੰਗ ਮਨੀ ਇਜ਼ ਨਾਟ ਦਾ ਓਨਲੀ ਥਿੰਗ ਇਨ ਲਾਈਫ, ਸਿਰਫ ਧਨ ਕਮਾਉਣਾ ਹੀ ਜ਼ਿੰਦਗੀ ਨਹੀਂ ਹੈ, ਲਾਈਫ ਨਹੀਂ ਗੀ। ਵੀ ਕਹਿਣ ਦਾ ਮਤਲਬ ਵੀ ਜਿਹੜਾ ਪਿਤਾ ਹੈ ਉਹ ਮਾਤਾ ਨੂੰ ਕਹਿ ਰਿਹਾ ਵੀ ਤੇਰਾ ਫਰਜ਼ ਹੈ ਇਹਨੂੰ ਠੀਕ ਕਰਨਾ। ਮਾਤਾ ਅੱਗੋਂ ਕਹਿ ਰਹੀ ਹੈ ਵੀ ਤੁਸੀਂ ਸਾਰਾ ਦਿਨ ਬਾਹਰ ਰਹਿੰਦੇ ਹੋ, ਸਿਰਫ ਧਨ ਕਮਾਉਣ ਦੇ ਮਗਰੋਂ, ਤੁਹਾਨੂੰ ਚਾਹੀਦਾ ਇਸ ਬੱਚੇ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਦਿਸ ਕੰਟੀਨਿਊਡ ਫॉर ਏ ਵਾਈਲ, ਇਹ ਕੋਈ ਦੇਰ ਤੱਕ ਚੱਲਦਾ ਰਿਹਾ। ਐਂਡ ਦਾ ਮੀਟਿੰਗ ਐਂਡਡ ਫਰੂਟਲੈਸਲੀ, ਇਹ ਕੋਈ ਦੇਰ ਚੱਲਦਾ ਰਿਹਾ, ਆਪਸ ਵਿੱਚ ਬਹਿਸ ਚੱਲਦੀ ਰਹੀ ਅਤੇ ਮੀਟਿੰਗ ਜਿਹੜੀ ਆ ਫਰੂਟਲੈਸਲੀ ਖਤਮ ਹੋ ਗਈ। ਕਹਿਣ ਦਾ ਮਤਲਬ ਉਸਦਾ ਕੋਈ ਨਤੀਜਾ ਨਹੀਂ ਨਿਕਲਿਆ। ਇਹ ਬੱਚੇ ਕੁਐਸਚਨ ਵਿੱਚ ਵੀ ਆਮ ਪੁੱਛਿਆ ਜਾਂਦਾ ਵੀ ਉਹਦੀ ਮੀਟਿੰਗ ਬਾਰੇ ਕਿਵੇਂ ਰਿਹਾ ਸੀਗਾ, ਤਾਂ ਉਹ ਕੀ ਲਿਖਾਂਗੇ ਆਪਾਂ? ਦ ਮੀਟਿੰਗ ਐਂਡਡ ਫਰੂਟਲੈਸਲੀ। ਹਸਨ ਕੰਟੀਨਿਊਡ ਇਨ ਹਿਜ਼ ਵੇਜ਼ ਟਿਲ ਹੀ ਪਾਸਡ ਆਊਟ ਹਿਜ਼ ਕੋਰਸ। ਜਦੋਂ ਤੱਕ ਹਸਨ ਦਾ ਕੋਰਸ ਨਹੀਂ ਹੋ ਗਿਆ ਖਤਮ, ਉਹ ਉਸੇ ਤਰ੍ਹਾਂ ਹੀ ਇਸਦੇ ਤੌਰ ਤਰੀਕੇ ਰਹੇ। ਕਹਿਣ ਦਾ ਮਤਲਬ ਵੀ ਜਿਵੇਂ ਉਹ ਐਜ਼ ਯੂਜ਼ਅਲ ਇਨ ਫਸਟ ਕਲਾਸ, ਜਿਵੇਂ ਪਹਿਲੀ ਕਲਾਸ ਵਿੱਚ ਹੁੰਦਾ ਸੀ ਉਵੇਂ
बाकी क्लासां विच भी उसका उवें ही चलता रहा। ही वॉज ए नाइस बॉय, ही केम एंड थैंकड मी। वो मेरे को आया तो मेरे उसने मेरा धन्नवाद किया। नैक्सट पेज। उन्होंने धन्नवाद क्यों करता पाया वो सुनो। मैडम, थैंक यू फॉर टीचिंग मी एंड फॉर द लास्ट 3 ईयर्स। उन्हें दसिया भी जिवें कोर्स के 3 साल लंघ गए, वो हसन आपके टीचर का धन्नवाद कर रहा है। बिकॉज ऑफ योर काइंड हार्ट आई कुड गैट ऑल माई अटेंडेंस। ਤੁਹਾਡੇ ਚੰਗੇ ਦਿਆਲੂ ਦਿਲ ਹੋਣ ਕਰਕੇ ਹੀ ਮੈਨੂੰ ਅਟੈਂਡੈਂਸ ਮਿਲਦੀ ਰਹੀ। ਇਹ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਹਰ ਸਮੈਸਟਰ ਤੋਂ ਪਹਿਲਾਂ ਹਸਨ ਆਪਦੇ ਟੀਚਰ ਸੁਧਾ ਮੂਰਤੀ ਕੋਲ ਆਉਂਦਾ ਸੀ, ਬੈਗ ਕਰਦਾ ਸੀ, ਮਿਹਨਤ ਕਰਦਾ ਸੀ, ਅਟੈਂਡੈਂਸ ਲੈ ਜਾਂਦਾ ਸੀ, ਪੇਪਰਾਂ 'ਚ ਬਹਿ ਜਾਂਦਾ ਸੀ, ਪਾਸ ਹੋ ਜਾਂਦਾ ਸੀ, ਤਾਂ ਕਹਿੰਦਾ ਮੇਰੀ ਡਿਗਰੀ ਹੋ ਗਈ। ਆਈ ਵਿਸ਼ ਆਲ ਟੀਚਰਸ ਵਰ ਲਾਈਕ ਯੂ ਇਨ ਦਾ ਕਾਲਜ। ਮੈਂ ਇਹ ਵਿਸ਼ ਕਰਦਾ ਵੀ ਸਾਰੇ ਟੀਚਰ ਤੁਹਾਡੇ ਵਾਂਗੂ ਹੀ ਹੋਣ, ਮਤਲਬ ਜਿਵੇਂ ਤੁਸੀਂ ਦਿਆਲੂ ਹੋ ਤੁਹਾਡੇ ਵਾਂਗੂ ਹੀ ਦਿਆਲੂ ਹੋਣ। ਆਈ ਲਾਫਡ, ਮੈਂ ਹੱਸੀ। ਗੋਡ ਵਿਲਿੰਗ ਵੀ ਵਿਲ ਮੀਟ ਅਗੇਨ। ਰੱਬ ਨੇ ਚਾਹਿਆ ਤਾਂ ਅਸੀਂ ਫਿਰ ਮਿਲਾਂਗੇ। ਨੈਕਸਟ ਪੈਰਾ ਪੜ੍ਹਦੇ ਹਾਂ। ਬਟ ਆਈ ਡਿਡ ਨਾਟ ਮੀਟ ਹਸਨ ਫॉर ए लॉन्ग टाइम ਐਂਡ ਫॉरਗॉट ਆਲ ਅਬਾਊਟ ਹਿਮ। ਪਰੰਤੂ ਮੈਂ ਹਸਨ ਨੂੰ ਲੰਬੇ ਸਮੇਂ ਤੱਕ ਨਹੀਂ ਮਿਲੀ ਤੇ ਉਸ ਬਾਰੇ ਭੁੱਲ ਗਈ। ਹੁਣ ਆਪਾਂ ਸ਼ੁਰੂ ਤੋਂ ਦੁਬਾਰਾ ਤੋਂ ਦੇਖਦੇ ਹਾਂ ਵੀ ਸੁਧਾ ਮੂਰਤੀ ਇੱਕ ਟੀਚਰ ਹੈ। ਉਹ ਕਾਲਜ ਵਿੱਚ ਜਦੋਂ ਪੜ੍ਹਾਉਣ ਲੱਗੇ ਸੀ ਤਾਂ ਫਸਟ ਬੈਚ ਵਿੱਚ ਇੱਕ ਲੜਕਾ ਸੀ ਹਸਨ। ਹਸਨ ਬਾਰੇ ਕੀ ਪਤਾ ਲੱਗਿਆ ਵੀ ਉਹ ਇੱਕ ਬ੍ਰਾਈਟ ਬॉय ਸੀ, ਪਰੰਤੂ ਉਸ ਦੀ ਵਿੱਚ ਇੱਕ ਪ੍ਰੋਬਲਮ ਸੀ ਵੀ ਉਹ ਰੈਗੂਲਰ ਤੌਰ 'ਤੇ ਕਾਲਜ ਨਹੀਂ ਆਉਂਦਾ ਸੀ ਤੇ ਹਰ ਸਾਲ ਹਰ ਸਮੈਸਟਰ ਤੋਂ ਪਹਿਲਾਂ ਉਹ ਆਪਦੇ ਟੀਚਰ ਨੂੰ ਉਸ ਨੂੰ ਮਿਲਣਾ ਪੈਂਦਾ ਸੀ, ਕਿਉਂਕਿ ਹਰ ਵਾਰੀ ਉਸਦੀ ਅਟੈਂਡੈਂਸ ਸ਼ਾਰਟ ਹੁੰਦੀ ਸੀ। ਤੇ ਕਰਦਿਆਂ ਕਰਾਉਂਦਿਆਂ ਉਸਦੀ ਡਿਗਰੀ ਪੂਰੀ ਹੋ ਗਈ ਤੇ ਬਾਅਦ ਵਿੱਚ ਟੀਚਰ ਕਹਿੰਦੀ ਮੈਂ ਉਸ ਬਾਰੇ ਭੁੱਲ ਗਈ, ਉਸਨੂੰ ਦੁਬਾਰਾ ਲੰਬੇ ਸਮੇਂ ਨਹੀਂ ਮਿਲੀ। ਈਅਰਸ ਪਾਸਡ, ਸਾਲ ਗੁਜ਼ਰ ਗਏ। ਆਈ ਟਾਟ ਮੈਨੀ ਸਟੂਡੈਂਟਸ, ਮੈਂ ਬਹੁਤ ਸਾਰੇ ਲੜਕਿਆਂ ਨੂੰ ਪੜ੍ਹਾਇਆ। ਸਮ ਆਫ ਦੈਮ ਬਿਕੇਮ ਵੈਰੀ ਗੁੱਡ ਹਿਊਮਨ ਬੀਇੰਗਸ, ਉਹਨਾਂ ਵਿੱਚੋਂ ਕਈ ਬੜੇ ਵਧੀਆ ਇਨਸਾਨ ਬਣੇ। ਸਮ ਬਿਕੇਮ ਫੇਮਸ, ਕਈ ਫੇਮਸ ਹੋ ਗਏ। ਸਮ ਬਿਕੇਮ ਰਿਚ ਐਂਡ ਸਮ ਰਿਮੇਨਡ ਆਰਡੀਨਰੀ, ਕਈ ਅਮੀਰ ਹੋ ਗਏ ਤੇ ਕਈ ਆਰਡੀਨਰੀ ਰਹੇ। ਆਰਡੀਨਰੀ ਮੇਰੇ ਸਧਾਰਨ। ਐਜ਼ ਫਾਰ ਐਜ਼ ਆਈ ਵਾਜ਼ ਕੰਸਰਨਡ ਦੇ ਵਰ ਲਾਈਕ ਮਾਈ ਚਿਲਡਰਨ, ਜਿੱਥੋਂ ਤੱਕ ਮੇਰਾ ਸੰਬੰਧ ਹੈ ਉਹ ਮੇਰੇ ਬੱਚਿਆਂ ਵਾਂਗ ਸਨ। ਸਮ ਰਿਮੈਂਬਰ ਮੀ ਸਟਿਲ ਐਂਡ ਸੈਂਡ ਇਨਵੀਟੇਸ਼ਨ ਟੂ ਵੈਡਿੰਗਸ, ਨੇਮਿੰਗ ਸੈਰਾਮਨੀਜ਼, ਹੋਮ ਵਾਰਮਿੰਗਸ। ਹੁਣ ਟੀਚਰ ਜਿਹੜੀ ਸੁਧਾ ਮੂਰਤੀ ਹੈ ਉਹ ਕਹਿੰਦੇ ਆ ਵੀ ਮੈਨੂੰ ਬੱਚੇ ਅਜੇ ਵੀ ਯਾਦ ਕਰਦੇ ਆ। ਉਹ ਮੈਨੂੰ ਇਨਵੀਟੇਸ਼ਨਸ ਭੇਜਦੇ ਆ, ਮੈਨੂੰ ਸੱਦੇ ਭੇਜਦੇ ਆ। ਕਾਹਦੇ 'ਤੇ? ਵੈਡਿੰਗਸ 'ਤੇ, ਜਦੋਂ ਉਹਨਾਂ ਦੀ ਸ਼ਾਦੀ ਹੁੰਦੀ ਹੈ ਜਾਂ ਉਹਨਾਂ ਦੇ ਘਰ ਕੋਈ ਬੱਚਾ ਹੁੰਦਾ ਹੈ, ਉਹਨਾਂ ਦੀ ਨੇਮਿੰਗ ਸੈਰੇਮਨੀ ਹੁੰਦੀ ਹੈ ਜਦੋਂ ਨਾਮਕਰਨ ਹੁੰਦਾ ਹੈ, ਜਾਂ ਫਿਰ ਜਦੋਂ ਉਹ ਕੋਈ ਨਵਾਂ ਘਰ ਖਰੀਦਦੇ ਆ, ਨਵਾਂ ਗ੍ਰਹਿ ਪ੍ਰਵੇਸ਼ ਕਰਦੇ ਆ ਨਵੇਂ ਘਰ ਵਿੱਚ। ਹਾਊਸ ਵਾਰਮਿੰਗਸ ਦਾ ਮਤਲਬ ਕੀ ਹੁੰਦਾ ਵੀ ਆਪਾਂ ਨਵਾਂ ਘਰ ਬਣਾਇਆ ਜਾਂ ਖਰੀਦਿਆ, ਉਹਦੇ ਵਿੱਚ ਆਪਾਂ ਜਦੋਂ ਜਾਂਦੇ ਹਾਂ, ਵਾਸੋਂ ਕਰਦੇ ਹਾਂ, ਤਾਂ ਉਦੋਂ ਆਪਾਂ ਨੂੰ ਇੱਕ ਫੰਕਸ਼ਨ ਕੀਤਾ ਜਾਂਦਾ ਤਾਂ ਉਦੋਂ ਵੀ ਕਹਿੰਦੇ ਬੁਲਾਉਂਦੇ ਸੀ ਬੱਚੇ ਐਟਸੈਟਰਾ। ਇਫ ਆਈ ਐਮ ਇਨ ਟਾਊਨ ਆਈ ਡੈਫੀਨੇਟਲੀ ਟਰਾਈ ਐਂਡ ਅਟੈਂਡ ਬਿਕੋਜ਼ ਫॉर ਮੀ देयर ਇਮੈਂਸ ਲਵ ਇਜ਼ ਮਾਈ ਸਟਰੈਂਥ। ਅਤੇ ਜੇਕਰ ਮੈਂ ਟਾਊਨ ਵਿੱਚ ਹੁੰਦੀ, ਨਗਰ ਵਿੱਚ ਹੁੰਦੀ, ਤਾਂ ਮੈਂ ਡੈਫੀਨੇਟਲੀ ਅਟੈਂਡ ਕਰਦੀ ਸੀ ਉਹਨਾਂ ਦੀਆਂ ਜਿਹੜੇ ਇਸ ਤਰ੍ਹਾਂ ਦੇ ਫੰਕਸ਼ਨਸ ਹੁੰਦੇ ਸੀ, ਕਿਉਂਕਿ ਉਹਨਾਂ ਦਾ ਪਿਆਰ ਹੀ ਮੇਰੀ ਸ਼ਕਤੀ ਸੀ। One Monday morning, my secretary told me that a person wanting to sell the latest software in high school teaching wanted to meet me. ਹੁਣ ਉਸਦੇ ਆਫਿਸ ਦਾ ਬਾਰੇ ਦੱਸਿਆ ਬੇਟੇ। ਮੰਡੇ ਮਾਰਨਿੰਗ ਸੀ, ਸੋਮਵਾਰ ਦੀ ਸਵੇਰ ਸੀ। ਮੇਰੀ ਸੈਕਟਰੀ ਆਇਆ ਜਾਂ ਆਈ ਅਤੇ ਉਸਨੇ ਮੈਨੂੰ ਦੱਸਿਆ ਕਿ ਇੱਕ ਲੇਟੈਸਟ ਸੋਫਟਵੇਅਰ ਵੇਚਣ ਵਾਲਾ ਕੋਈ ਪਰਸਨ ਹੈ, ਉਹ ਹਾਈ ਸਕੂਲ ਟੀਚਿੰਗ ਵਾਸਤੇ ਜਿਹੜਾ ਯੂਜ਼ ਕੀਤਾ ਜਾਂਦਾ ਹੈ, ਉਹ ਵੇਚਣ ਵਾਲਾ ਇੱਕ ਵਿਅਕਤੀ ਮੈਨੂੰ ਮਿਲਣ ਆਇਆ ਹੈ। ਕੌਣ ਮਿਲਣ ਆਇਆ? ਵੀ ਇੱਕ ਪਰਸਨ ਹੈ ਜਿਹੜਾ ਕਿ ਲੇਟੈਸਟ ਸੋਫਟਵੇਅਰ ਸੈੱਲ ਕਰਨਾ ਚਾਹੁੰਦਾ ਹੈ। ਕਿਹੜਾ? ਹਾਈ ਸਕੂਲ ਟੀਚਿੰਗ ਵਾਸਤੇ, ਅਤੇ ਉਹ ਮੈਨੂੰ ਮਿਲਣਾ ਚਾਹੁੰਦਾ ਹੈ। ਆਈ ਵਾਜ਼ ਐਕਸਟ੍ਰੀਮਲੀ ਬਿਜ਼ੀ ਐਂਡ ਦਾ ਪਾਈਲਸ ਆਫ ਅਨਆਨਸਰਡ ਲੈਟਰਸ ਵਰ ਲੁਕਿੰਗ ਐਟ ਮੀ ਐਕਿਊਜ਼ਿੰਗਲੀ। ਮੈਂ ਬਹੁਤ ਬਿਜ਼ੀ ਸੀ, ਮੈਨੂੰ ਕੰਮ ਬਹੁਤ ਸੀ, ਅਤੇ ਜਿਹੜਾ
ਮੇਰਾ ਕੰਮ ਇੰਨਾ ਪੈਂਡਿੰਗ ਹੋਇਆ ਪਈ, ਜਿਹੜੀ ਅਨਆਨਸਰਡ ਲੈਟਰ ਸੀ ਨਾ, ਜਿਹੜੀਆਂ ਲੈਟਰਸ ਦਾ ਜਵਾਬ ਦੇਣਾ ਸੀ, ਉਹਦਾ ਪਾਈਲਸ, ਉਹਦੇ ਢੇਰ ਲੱਗੇ ਪਏ ਸੀਗੇ। ਅਤੇ ਮੇਰੇ ਤੇ ਲਈ ਉਹ ਜਿਹੜਾ ਢੇਰ ਹੈ ਉਹ ਅਕਿਊਜ਼ਿੰਗਲੀ ਦੇਖ ਰਿਹਾ ਸੀ, ਜਿਵੇਂ ਮੇਰੇ ਤੇ ਇਲਜ਼ਾਮ ਲੱਗ ਰਿਹਾ ਹੋਵੇ ਵੀ ਕੰਮ ਬਹੁਤ ਪਿਆ ਜੇ। ਆਈ ਹੈਡ ਨੋ ਟਾਈਮ ਟੂ ਟਾਕ ਟੂ ਏ ਸੇਲਸ ਪਰਸਨ। ਮੇਰੇ ਕੋਲ ਕੋਈ ਸੇਲਸ ਪਰਸਨ ਨਾਲ ਗੱਲ ਕਰਨ ਦਾ ਸਮਾਂ ਨਹੀਂ ਸੀ। ਸੋ ਆਈ ਟੋਲਡ ਹਰ ਹੀ ਕੈਨ ਮੀਟ ਸਮਵਨ ਹੀ ਕੈਨ ਮੀਟ ਸਮਵਨ ਐਲਸ, ਆਈ ਡੋਂਟ ਹੈਵ ਟਾਈਮ। ਤਾਂ ਮੈਂ ਹੁਣ ਕਿਸੇ ਹੋਰ ਦੀ ਡਿਊਟੀ ਲੈਣਾ ਚਾਹੁੰਦੀ ਸੀ, ਅਤੇ ਮੈਂ ਉਸਨੂੰ ਕਿਹਾ ਵੀ ਉਹ ਕਿਸੇ ਹੋਰ ਨੂੰ ਮਿਲ ਲਵੇ, ਮੇਰੇ ਕੋਲ ਟਾਈਮ ਨਹੀਂ ਗਾ। ਬਟ ਮਾਈ ਸੈਕਰੇਟਰੀ ਸੈਡ ਹੀ ਵਾਜ਼ ਇਨਸਿਸਟਿੰਗ ਹੀ ਵਾਂਟਡ ਟੂ ਮੀਟ ਓਨਲੀ ਮੀ ਐਂਡ ਹੀ ਵਾਜ਼ ਮਾਈ ਸਟੂਡੈਂਟ। ਅਤੇ ਉਸਨੇ ਮੈਨੂੰ ਦੱਸਿਆ ਵੀ ਉਹ ਜਿੱਦ ਕਰ ਰਿਹਾ, ਇਨਸਿਸਟ ਕਰ ਰਿਹਾ, ਉਹ ਇਨਸਿਸਟ ਕਰਨਾ ਦਾ ਜਿੱਦ ਕਰਨਾ, ਕਿ ਉਹ ਮੈਨੂੰ ਹੀ ਮਿਲਣ ਦੀ ਜਿੱਦ ਕਰ ਰਿਹਾ ਅਤੇ ਉਹ ਮੇਰਾ ਸਟੂਡੈਂਟ ਹੈ, ਇਹ ਚੀਜ਼ ਦੱਸੀ। ਸ਼ੀ ਨਿਊ ਹਾਊ ਫੌਂਡ ਆਈ ਵਾਜ਼ ਆਫ ਆਲ ਮਾਈ ਸਟੂਡੈਂਟਸ। ਸ਼ੀ ਨਿਊ ਹਾਊ ਫੌਂਡ ਆਈ ਵਾਜ਼ ਆਫ ਆਲ ਮਾਈ ਸਟੂਡੈਂਟਸ। ਮੇਰੀ ਸੈਕਰੇਟਰੀ ਨੂੰ ਪਤਾ ਸੀ ਕਿ ਮੈਂ ਆਪਣੇ ਸਟੂਡੈਂਟਸ ਦੀ ਕਿੰਨੀ ਫੌਂਡ ਆਫ ਹਾਂ, ਮਤਲਬ ਮੈਂ ਉਹਨੂੰ ਕਿੰਨਾ ਚਾਹੁੰਦੀ ਹਾਂ ਉਹਦੇ ਸਟੂਡੈਂਟਸ ਨੂੰ। ਸੋ ਸ਼ੀ ਹੈਡ ਨਾਟ ਬੀਨ ਏਬਲ ਟੂ ਸੇ ਨੋ ਟੂ ਹਿਮ। ਇਸ ਕਰਕੇ ਉਹ ਜਿਹੜੀ ਸੁਧਾ ਮੂਰਤੀ ਕਹਿੰਦੀ ਮੈਂ ਉਸਨੂੰ ਨਾ ਨਹੀਂ ਕਰ ਪਾਈ। ਇਨ ਦੈਟ ਕੇਸ ਲੈਟ ਹਿਮ ਸੀ ਮੀ ਐਟ 2 PM। ਫਿਰ ਇਸ ਕੇਸ ਵਿੱਚ ਇੰਝ ਹੈ, ਮੇਰਾ ਸਟੂਡੈਂਟ ਹੀ ਹੈ, ਫਿਰ ਉਹ ਮੈਨੂੰ 2 ਵਜੇ ਮਿਲ ਜਾਵੇ। ਇਨ ਦਾ ਆਫਟਰਨੂਨ ਏ ਮੈਨ ਆਫ ਅਬਾਊਟ 35 years। ਹੁਣ ਇੱਕ ਆਦਮੀ ਆਇਆ, ਕਿੰਨੀ ਉਮਰ ਉਹਦੀ ਦੱਸਿਆ ਬੇਟੇ? 35 years। ਪਲੰਪ ਮੈਨੇ ਦਾ ਮੋਟਾ, ਵੀ ਸਿਹਤ ਵਿੱਚ ਮੋਟਾ, ਵਿਦ ਏ ਬੈਲਡ ਹੈਡ। ਨਾਲ ਕੀ ਦੱਸਿਆ? ਹੈਡ, ਬੈਲਡ ਹੈਡ ਹੁੰਦਾ ਗੰਜਾ, ਜਿਵੇਂ ਹੈ 35 ਸਾਲਾਂ ਦਾ ਪਰ ਉਹਦਾ ਸਿਰ ਗੰਜਾ ਹੋਇਆ ਹੋਇਆ ਸੀ। ਐਂਡ ਮੋਡਰੇਟਲੀ ਡਰੈਸਡ, ਅਤੇ ਉਸਨੇ ਡਰੈਸ ਜਿਹੜੀ ਸੀਗੀ ਉਹ ਮੋਡਰੇਟਲੀ ਡਰੈਸਡ ਸੀ। ਕਹਿਣ ਦਾ ਮਤਲਬ ਬਹੁਤ ਵਧੀਆ ਪੋਸ਼ਾਕ ਨਹੀਂ ਪਾਈ ਹੋਈ ਸੀ, ਬਹੁਤ ਜ਼ਿਆਦਾ ਮਤਲਬ ਵੀ ਵਧੀਆ ਆਮ ਜੀ ਪੋਸ਼ਾਕ ਪਾਈ ਹੋਈ ਸੀ, ਡਰੈਸ ਪਾਈ ਹੋਈ ਸੀ। ਵਾਜ਼ ਵੇਟਿੰਗ ਫॉर ਮੀ ਇਨ ਦਾ ਆਫਿਸ। ਉਹ ਮੈਨੂੰ ਆਫਿਸ ਵਿੱਚ ਮੇਰੀ ਉਡੀਕ ਕਰ ਰਿਹਾ ਸੀ। ਇਨ ਹਿਜ਼ ਹੈਂਡ ਵਾਜ਼ ਦਾ CD ਵਿਦ ਦਾ ਸੌਫਟਵੇਅਰ। ਉਸਦੇ ਹੱਥ ਵਿੱਚ ਇੱਕ CD ਸੀ, ਸੌਫਟਵੇਅਰ ਦੀ CD ਸੀ। ਹਾਂ, ਤਾਂ ਆਪਾਂ ਨੂੰ ਕੀ ਪਤਾ ਲੱਗਿਆ ਵੀ ਇੱਕ ਆਦਮੀ ਆਇਆ ਜਿਸ ਦੀ ਉਮਰ 35 ਸਾਲ ਹੈ, ਉਹ ਮੋਟਾ ਹੈ, ਉਸਦੇ ਵਾਲਾਂ ਤੋਂ ਉਹ ਗੰਜਾ ਹੋਇਆ ਹੈ, ਅਤੇ ਉਸਦੇ ਆਮ ਜੀ ਪੋਸ਼ਾਕ ਪਾਈ ਹੋਈ ਹੈ, ਅਤੇ ਉਹਦੇ ਆਫਿਸ ਵਿੱਚ ਉਡੀਕ ਕਰਦਾ ਪਿਆ ਸੀ। ਉਸਦੇ ਹੱਥ ਵਿੱਚ ਕੀ ਸੀ? CD ਵਿਦ ਦਾ ਸੌਫਟਵੇਅਰ। ਇਹ ਬੇਟੇ ਕੁਐਸਚਨ ਵੀ ਆ ਜਾਂਦਾ ਹੁੰਦਾ ਵੀ ਜਿਹੜਾ ਆਦਮੀ ਆਇਆ ਸੀ ਉਹਦੇ ਹੱਥ ਵਿੱਚ ਕੀ ਸੀਗਾ, ਤਾਂ ਆਪਾਂ ਕੀ ਬੋਲਾਂਗੇ? CD ਵਿਦ ਦਾ ਸੌਫਟਵੇਅਰ। ਆਈ ਕੁਡ ਨਾਟ ਪਲੇਸ ਹਿਮ। ਮੈਂ ਉਸਨੂੰ ਪਹਿਚਾਣ ਨਾ ਸਕੀ। ਆਈ ਕੁਡ ਨਾਟ ਪਲੇਸ ਹਿਮ, ਮੈਂ ਉਸਨੂੰ ਪਹਿਚਾਣ ਨਾ ਸਕੀ, ਉਸਨੂੰ ਰੈਕੋਗਨਾਈਜ਼ ਨਾ ਕਰ ਸਕੀ। ਦਾਓ ਹੀ ਸੀਮਡ ਫੈਮਲੀਅਰ, ਭਾਵੇਂ ਉਹ ਦੇਖਣ ਨੂੰ ਥੋੜ੍ਹਾ ਜਿਹਾ ਜਾਣਿਆ ਪਹਿਚਾਣਿਆ ਲੱਗਦਾ ਸੀ। ਹੀ ਸਮਾਈਲਡ ਐਟ ਮੀ ਐਂਡ ਸੈਡ ਮੈਡਮ ਕੈਨ ਯੂ ਰੈਕੋਗਨਾਈਜ਼ ਮੀ। ਉਹ ਮੁਸਕਰਾਇਆ ਅਤੇ ਪੁੱਛਿਆ, ਉਸਨੇ ਕਿਹਾ ਮੈਡਮ ਕੀ ਤੁਸੀਂ ਮੈਨੂੰ ਪਹਿਚਾਣ ਸਕਦੇ ਹੋ? ਯੂ ਮੇ ਨਾਟ, ਹੋ ਸਕਦਾ ਤੁਸੀਂ ਨਾ ਕਰੋ, ਬਿਕਾਜ਼ ਹਾਊ ਕੈਨ ਯੂ ਰਿਮੈਂਬਰ ਆਲ ਯੂਰ ਸਟੂਡੈਂਟਸ। ਤੁਸੀਂ ਆਪਦੇ ਇੰਨੇ ਸਾਰੇ ਸਟੂਡੈਂਟਸ ਨੂੰ ਕਿਵੇਂ ਯਾਦ ਰੱਖ ਸਕਦੇ ਹੋ? ਫਰੋਮ ਏ ਵਿੰਡੋ ਯੂ ਕੈਨ ਸੀ ਦਾ ਆਊਟਸਾਈਡ ਵਰਲਡ, ਬਟ ਫਰੋਮ ਦਾ ਆਊਟਸਾਈਡ ਯੂ ਕੈਨਟ ਸੀ ਆਲ ਦੈਟ ਇਜ਼ ਇਨਸਾਈਡ। ਹੁਣ ਇੱਕ ਜਿਹੜੀ ਲਾਈਨ ਬੋਲੀ ਇਹਨੂੰ ਧਿਆਨ ਨਾਲ ਸਮਝੋ। ਵੀ ਕਹਿੰਦੇ ਵੀ ਆਪਾਂ ਇੱਕ ਵਿੰਡੋ ਦੇ ਵਿੱਚੋਂ ਨਾ ਬਾਹਰੋਂ ਸਾਰਾ ਦੇਖ ਸਕਦੇ ਹਾਂ। ਹੁਣ ਮੰਨ ਲਓ ਆਪਾਂ ਇੱਕ ਵਿੰਡੋ ਦੇ ਕੋਲ ਜਾ ਕੇ ਖੜ੍ਹ ਜਾਈਏ ਅਤੇ ਬਾਹਰੋਂ ਆਪਾਂ ਸਾਰਾ ਨਜ਼ਾਰਾ ਦੇਖ ਲਾਂਗੇ, ਸਾਰਾ ਗਰਾਊਂਡ, ਸਾਰਾ ਬਾਹਰਲਾ ਪਾਸਾ ਦੇਖ ਲਾਂਗੇ, ਪਰ ਬਾਹਰੋਂ ਕਮਰੇ ਦੇ ਅੰਦਰ ਖਿੜਕੀ ਦੇ ਰਾਹੀਂ ਆਪਾਂ ਜ਼ਿਆਦਾ ਨਹੀਂ ਦੇਖ ਸਕਦੇ। ਜਿਵੇਂ ਦੱਸਿਆ ਨਾ, ਬਟ ਫਰੋਮ ਦਾ ਆਊਟਸਾਈਡ ਯੂ ਕੈਨਟ ਸੀ ਆਲ ਦੈਟ ਇਜ਼ ਇਨਸਾਈਡ। ਵੀ ਹੁਣ ਮੰਨ ਲਓ ਖਿੜਕੀ ਦੇ ਵਿੱਚੋਂ ਦੀ ਆਪਣੀ ਨਜ਼ਰ ਬਾਹਰੋਂ ਪੈ ਰਹੀ ਹੋਵੇ ਤਾਂ ਆਪਾਂ ਸਾਰੇ ਦਾ ਸਾਰਾ ਕਮਰਾ ਨਹੀਂ ਦੇਖ ਸਕਾਂਗੇ, ਜੇ ਮੰਨ ਲਓ ਆਪਾਂ ਦੂਰੋਂ ਦੇਖਦੇ ਪਏ ਹਾਂ। ਆਈ ਲਾਈਕਡ ਹਿਜ਼ ਐਨਾਲੋਗੀ ਐਂਡ ਵਾਜ਼ ਸ਼ੋਰ ਹੀ ਵਾਜ਼ ਮਾਈ ਸਟੂਡੈਂਟ। ਮੈਂ ਉਸਦੀ ਐਨਾਲੋਗੀ ਨੂੰ, ਵੀ ਜਿਹੜੇ ਹਿਸਾਬ ਨਾਲ ਉਸਨੇ ਐਗਜ਼ਾਮਪਲ ਦਿੱਤੀ ਸੀ ਨਾ, ਵੀ ਉਹ ਮੈਨੂੰ ਪਸੰਦ ਆਈ ਅਤੇ ਮੈਨੂੰ ਪਤਾ ਲੱਗ ਗਿਆ ਵੀ ਇਹ ਮੇਰਾ ਹੀ ਸਟੂਡੈਂਟ ਹੈ। ਬਿਕੋਜ਼ ਆਈ ਓਫਨ ਯੂਜ਼ ਦਿਸ ਫਰੇਜ਼ ਇਨ ਮਾਈ ਕਲਾਸ, ਕਿਉਂਕਿ ਮੈਂ ਇਸੇ ਤਰ੍ਹਾਂ ਦੀ ਲਾਈਨ ਆਪਦੀ ਕਲਾਸ ਵਿੱਚ ਯੂਜ਼ ਕਰਿਆ ਕਰਦੀ ਸੀ। ਸਟਿਲ ਆਈ ਕੁਡ ਨਾਟ ਗੈਸ ਹੂ ਹੀ ਵਾਜ਼।
फिर भी मैं उस गैस नहीं कर पाई भी है कौन। मैडम आई वॉज द परपैचुअल लेट कमर ऑफ योर क्लास। मैडम मैं तुहाडी क्लास का लेट कमर वाला जिहड़ा परपैचुअल लगातार हमेशा लेट आंदा सी वो स्टूडेंट हाँ। दैट्स वैन द कॉइन ड्रॉप्ड। फिर मैंने पता लग गया। हाय हसन, हाउ आर यू? तू किवें है? तेरा की हाल है? इट हैज़ बीन ए लॉन्ग टाइम सिंस आई लास्ट मैट यू। बहुत टाइम हो गया मैनू तेन मिले हुए। आई वॉज वेरी हैप्पी टू सी हिम। मैं उसने मिल के बड़ी खुश हुई सी। मैडम आई एम फाइन एंड रिमेंबर मैनी ऑफ योर लैसनस। मैडम मैं ठीक हाँ तो मैनू तुहाडे कई सारे लैसन याद आ जी। इज इट डाटाबेस मैनेजमेंट और सी और पास्कल? कि ये डाटा मैनेजमेंट का जोड़ा लैसन है या फिर सी वाला लैसन है या पास्कल कोई जो कंप्यूटर के होंगे ना लैसन उनकी गल करते पे। नेक्स्ट पेज। नन ऑफ द सॉफ्टवेयर मैडम। कोई सॉफ्टवेयर नहीं मैडम। आई रिमेंबर द मोरल लैसनस। मैनू मोरल लैसन याद है। मोरल लैसन किहड़े दे जिहड़े नैतिक सिक्ख्या दी जाती है। जे हुण मान लो टीचर पढ़ा रहा है और पढ़ाई के दौरान कोई ना कोई बच्चों को नैतिक सिक्ख्या दिंदा है, उन्होंने समझाता है, चंगियां गल्लां सिक्ख्यावां दिंदा है, वो मोरल लैसनस होंदे आ। आई डिडंट नो वट मोरल लैसनस आई हैड टॉट। मैं नहीं जानती सी मैं उसनों किहड़ा मोरल लैसन दिता सी, की समझाया सी। दाओ आई डू टैल सम स्टोरीज ड्यूरिंग माई लैक्चरस। परंतु मैं दसदी तो जरूर रहिंदी सी बच्चों को कुछ स्टोरीज आपदे लैक्चरस के दौरान। ड्यूरिंग मिनट दौरान ऑन कंप्यूटर सॉफ्टवेयर भी भावें मैं पढ़ाती तो कंप्यूटर सॉफ्टवेयर सी पर आपदे लैक्चर के दौरान कोई ना कोई स्टोरीज उन्होंने सुना देंदी सी। हसन वट आर यू डूइंग नाउ? हसन तू अजकल की कर रहा है? नाउ हिज फेस बिकेम ए लिटल पेल। हुण उसका चेहरा थोड़ा जहा पीला पै गया। मैडम आई एम सैलिंग दिस सॉफ्टवेयर। मैं ये सॉफ्टवेयर बेच रहा मैडम। तो हुण आपां नूं पता लग गया हसन अजकल की कर रहा है, सॉफ्टवेयर बेच रहा है। विच इज़ यूजफुल इन टीचिंग मैथ्स। तो जोड़ा सॉफ्टवेयर कितने काम आता है? इन टीचिंग मैथ्स फिजिक्स एंड कैमिस्ट्री। इट इज़ ऑफ हैल्प टू बोथ टीचर्स एंड स्टूडेंट्स। ये टीचर्स के लिए भी हैल्पफुल है तो स्टूडेंट्स के लिए भी। आई नो योर फाउंडेशन हैल्प्स अलॉट इन एजुकेशन एट द हाई स्कूल लैवल। मैं जानता हाँ तुहाडी जिहड़ी फाउंडेशन होंदी है ना हैल्प बहुत हैल्प करती है एजुकेशन विच एट द हाई स्कूल लैवल भी। जिहड़ी नींह तुहाडी बज जूगी हाई स्कूल लैवल की टीचिंग पढ़ाई विच वो बड़ी हैल्पफुल होंदी है। आई थॉट इट मे बी ऑफ सम इंटरस्ट टू यू। मैं सोचा शायद तुहाडे इंटरस्ट की चीज़ होवे भी हो सकता तुसीं इस विच इंटरस्ट करते हो, दिलचस्पी होवे तुहाडी। हसन हाउ डिड यू डू हाउ डिड यू डू फॉर सो मैनी ईयर्स। हसन तू इन्ने साल की किया? आई न्यू ऑल हिज क्लासमेट्स बाय दिस टाइम वर in very high positions in the software industry। मैं जानती सा उसके क्लासमेट्स हुण समय तक बड़िया हाई पोजीशन पर पहुँच चुके सन सॉफ्टवेयर की इंडस्ट्री विच। हसन बीइंग ए ब्राइट बॉय शुड हैव डेफिनेटली डन वैल। हसन एक ब्राइट बॉय सी, उसनों वधिया करना चाहिए सी। येट ऑन द कंट्रेरी ही सीम टू बी डूइंग ए स्मॉल जॉब ऑफ सैलिंग हाई स्कूल सॉफ्टवेयर डोर टू डोर। ਜਦੋਂ कि वह तो हुण बड़ी एक छोटी जी जॉब कर रहा है हाई स्कूल का सॉफ्टवेयर बेचण की, डोर टू डोर जा रहा है। तो हुण आपां बैठे समझते हैं सुधा मूर्ति का स्टूडेंट है हसन। बाकी नाल दे बड़ी अच्छे पोजीशनां विच पहुँच चुके हैं पर हसन है भावें हैगा ब्राइट सीगा पर हुण एट दिस टाइम उनकी की पोजीशन है वो डोर टू डोर जाके सॉफ्टवेयर दी सीरीज़ बेचता है। कहने का मतलब जोड़े उसके टीचर है ना वो उसके हैस पोजीशन ते उसकी खुश नहीं गए। कहने का मतलब उन्होंने ऐ लग रहा भी ये नाल दे तां इन्नियां तरक्कियां कर गए, इन्नी पोजीशन ते पहुँच गए पर यह अजे उत्थे दा उत्थे ही फिरदा है, सॉफ्टवेयर सैल करता फिरदा है। मैडम यू नो आई वॉज वेरी इरेगुलर इन कॉलेज। हुण हसन आपदे मूँह खुद एडमिट कर रहा है मैडम तुसी जानते हो
मैं कॉलेज ਵਿੱਚ ਰੈਗੂਲਰ ਸਟੂਡੈਂਟ ਨਹੀਂ ਸੀਗਾ। ਆਈ ਵਾਜ਼ ਵੈਰੀ ਇਰੈਗੂਲਰ। ਦਾ ਸੇਮ ਹੈਬਿਟ ਕੰਟੀਨਿਊਡ ਈਵਨ ਆਫਟਰ ਮਾਈ ਗ੍ਰੈਜੂਏਸ਼ਨ। ਇਹੀ ਹੈਬਿਟ ਮੇਰੀ ਗ੍ਰੈਜੂਏਸ਼ਨ ਤੋਂ ਬਾਅਦ ਵੀ ਜਾਰੀ ਰਹੀ। ਆਈ ਵੁੱਡ ਗੈਟ ਅਪ ਲੇਟ ਐਂਡ ਵਾਜ਼ ਵੈਰੀ ਲੇਜ਼ੀ। ਮੈਂ ਲੇਟ ਉੱਠਦਾ ਅਤੇ ਮੈਂ ਬੜਾ ਲੇਜ਼ੀ ਸੀ। ਮਾਈ ਮਦਰ ਵੁੱਡ ਲੂਜ਼ ਹਰ ਟੈਂਪਰ ਐਂਡ ਪੀਸ ਆਫ ਮਾਈਂਡ। ਮੇਰੇ ਮਾਤਾ ਗੁੱਸੇ ਹੋ ਜਾਂਦੇ ਅਤੇ ਉਸਦੇ ਮਨ ਦੀ ਸ਼ਾਂਤੀ ਖਤਮ ਹੋ ਜਾਂਦੀ। ਆਈ ਡਿਡ ਨਾਟ ਬੋਦਰ। ਮੈਂ ਪਰਵਾਹ ਨਹੀਂ ਕੀਤੀ। ਆਈ ਟੁੱਕ ਹਰ ਫॉर ਗਰਾਂਟਡ। ਮੈਂ ਉਸਨੂੰ ਹਲਕੇ ਵਿੱਚ ਲਿਆ। ਐਂਡ ਏ ਲੋਟ ਆਫ ਪ੍ਰੈਸ਼ਰ ਫਰੋਮ ਮਾਈ ਪੇਰੈਂਟਸ। ਆਫਟਰ ਏ ਲੋਟ ਆਫ ਪ੍ਰੈਸ਼ਰ ਫਰੋਮ ਮਾਈ ਪੇਰੈਂਟਸ ਆਈ ਟੁੱਕ ਅਪ ਏ ਜੋਬ। ਮੇਰੇ ਪੇਰੈਂਟਸ ਨੇ ਪ੍ਰੈਸ਼ਰ ਪਾਇਆ, ਮੇਰੇ 'ਤੇ ਦਬਾਅ ਪਾਇਆ ਅਤੇ ਮੈਂ ਇੱਕ ਜੋਬ ਲੈ ਲਈ। ਬਟ ਆਈ ਕੰਟੀਨਿਊਡ ਵਿਦ ਦਾ ਸੇਮ ਹੈਬਿਟਸ ਆਫ ਗੋਇੰਗ ਲੇਟ ਟੂ ਆਫਿਸ। ਪਰੰਤੂ ਮੈਂ ਹੁਣ ਉਸੇ ਤਰ੍ਹਾਂ ਦੀਆਂ ਸੇਮ ਹੈਬਿਟਸ ਜਾਰੀ ਰੱਖੀਆਂ। ਕਹਿਣ ਦਾ ਮਤਲਬ ਆਫਿਸ ਵੀ ਲੇਟ ਹੀ ਜਾਂਦਾ ਸੀ। ਨਾਟ ਕੀਪਿੰਗ ਅਪੁਆਇੰਟਮੈਂਟਸ। ਅਤੇ ਜਿਹੜੀਆਂ ਅਪੁਆਇੰਟਮੈਂਟਸ ਮੈਂ ਫਿਕਸ ਕਰਦਾ ਸੀ ਉਹਦੇ 'ਤੇ ਮੈਂ ਪੂਰਾ ਨਹੀਂ ਉਤਰਦਾ ਸੀ। ਐਂਡ ਨਾਟ ਬੀਂਗ ਰਿਸਪੋਂਸੀਬਲ। ਅਤੇ ਮੈਂ ਰਿਸਪੋਂਸੀਬਲ ਨਹੀਂ ਸੀ। ਆਈ ਡਿਡ ਨਾਟ ਹੈਵ ਦਾ ਪ੍ਰੋਪਰ ਨੌਲੇਜ ਆਲਸੋ। ਅਤੇ ਮੈਨੂੰ ਪ੍ਰੋਪਰ ਨੌਲੇਜ ਵੀ ਨਹੀਂ ਸੀ। ਇਨ ਕਾਲਜ ਆਈ ਹਾਰਡਲੀ ਸਟੱਡੀਡ। ਕਾਲਜ ਵਿੱਚ ਮੈਂ ਤਾਂ ਜ਼ਿਆਦਾ ਪੜ੍ਹਿਆ ਹੀ ਨਹੀਂ ਸੀ। ਗੈਟਿੰਗ ਏ ਫਸਟ ਕਲਾਸ ਇਨ ਦਾ ਐਗਜ਼ਾਮੀਨੇਸ਼ਨ ਇਜ਼ ਨਾਟ ਐਨ ਇੰਡੈਕਸ ਆਫ ਦਾ ਅਮਾਊਂਟ ਆਫ ਨੌਲੇਜ ਹੀ ਹੈਜ਼। ਹੁਣ ਜੇਕਰ ਮੈਂ ਕਾਲਜ ਦੇ ਵਿੱਚ ਫਸਟ ਕਲਾਸ ਲੈ ਵੀ ਗਿਆ, ਮਤਲਬ ਮੋਰ ਦੈਨ 60% ਲੈ ਵੀ ਗਿਆ, ਤਾਂ ਉਹਦੇ ਨਾਲ ਕੋਈ ਮੇਰੀ ਨੌਲੇਜ ਦਾ ਇੰਡੈਕਸ ਨਹੀਂ ਬਣਦਾ। ਉਸ ਬਾਰੇ ਨਹੀਂ ਪਤਾ ਲੱਗਦਾ ਵੀ ਮੈਨੂੰ ਨੌਲੇਜ ਕਿੰਨੀ ਹੈ। ਆਈ ਵੁੱਡ ਸਟੱਡੀ ਜਸਟ ਬਿਫੋਰ ਦਾ ਐਗਜ਼ਾਮ। ਮੈਂ ਸਿਰਫ ਐਗਜ਼ਾਮ ਤੋਂ ਪਹਿਲਾਂ ਪੜ੍ਹਦਾ। ਗੈਸ ਦਾ ਪ੍ਰੋਬੇਬਲ ਕੁਐਸਚਨਸ। ਗੈਸ ਵਰਕ ਕਰਦਾ ਵੀ, ਗੈਸ ਅੰਦਾਜ਼ਾ ਲਾ ਲੈਂਦਾ ਵੀ ਸ਼ਾਇਦ ਆਹ ਵਾਲੇ ਕੁਐਸਚਨ ਆ ਜਾਊਗਾ। ਐਂਡ ਸਕਿਪ ਦਾ ਚੈਪਟਰਸ। ਅਤੇ ਮੈਂ ਚੈਪਟਰ ਵੀ ਸਕਿਪ ਕਰ ਜਾਂਦਾ। ਤਾਂ ਹੁਣ ਜਿਹੜਾ ਹਸਨ ਤੁਹਾਨੂੰ ਆਪ ਦੇ ਵੱਲੋਂ ਹੀ ਦੱਸਦਾ ਪਿਆ ਵੀ ਮੈਂ ਸਾਰੇ ਦੇ ਸਾਰੇ ਚੈਪਟਰ ਨਹੀਂ ਪੜ੍ਹਦਾ ਸੀਗਾ। ਮੈਂ ਤਾਂ ਸਿਰਫ ਇੰਪੋਰਟੈਂਟ ਟੌਪਿਕਸ ਤਿਆਰ ਕਰ ਲੈਂਦਾ ਸੀ, ਗੈਸ ਲਾਉਂਦਾ ਸੀ, ਚੈਪਟਰ ਛੱਡ ਦਿੰਦਾ ਸੀ ਅਤੇ ਪੇਪਰਾਂ ਦੇ ਵਿੱਚ ਹੀ ਪੜ੍ਹਦਾ ਸੀ ਉਹ। ਤਾਂ ਇਸੇ ਕਰਕੇ ਉਹਨੂੰ ਪ੍ਰੋਪਰ ਨੌਲੇਜ ਨਹੀਂ ਸੀਗੀ। ਅਤੇ ਉਸ ਤੋਂ ਬਾਅਦ ਦੱਸਿਆ ਆਈ ਆਲਵੇਜ਼ ਥਾਟ ਆਈ ਕੁਡ ਸਮ ਹਾਊ ਮੇਕ ਇਟ ਲੇਟਰ। ਅਤੇ ਹਮੇਸ਼ਾ ਮੈਂ ਸੋਚਦਾ ਸੀ ਵੀ ਚਲੋ ਮੈਂ ਬਾਅਦ ਵਿੱਚ ਕਰ ਲੂੰਗਾ, ਕੋਈ ਨਹੀਂ। ਇਹ ਹਮੇਸ਼ਾ ਹੀ ਉਹਦੇ ਦਿਮਾਗ ਵਿੱਚ ਹੀ ਰਹਿੰਦਾ ਸੀਗਾ ਵੀ ਚਲ ਇਸ ਵਾਰੀ ਆਪਾਂ ਸਿਰਫ ਇੰਪੋਰਟੈਂਟ ਕਰ ਲੈਂਦੇ ਹਾਂ, ਅਗਲੀ ਵਾਰੀ ਪੂਰਾ ਕਰ ਲਾਂਗੇ, ਜਿਹੜੇ ਰਹਿ ਗਏ ਨਾ ਉਹ ਵੀ ਪੜ੍ਹ ਲੂੰਗਾ ਮੈਂ, ਕੋਈ ਨਹੀਂ। ਬਟ ਵਿਦਾਊਟ ਪ੍ਰੋਪਰ ਨੌਲੇਜ ਇਟ ਇਜ਼ ਡਿਫੀਕਲਟ ਟੂ ਵਰਕ। ਪਰੰਤੂ ਪ੍ਰੋਪਰ ਨੌਲੇਜ ਨਾ ਹੋਣ ਕਰਕੇ ਕੰਮ ਕਰਨਾ ਬਹੁਤ ਔਖਾ ਹੁੰਦਾ ਹੈ। ਆਈ ਆਲਵੇਜ਼ ਲਾਫਡ ਐਟ ਦੋਜ਼ ਪੀਪਲ ਹੂ ਆਰ ਹਾਰਡ ਵਰਕਰਸ। ਮੈਂ ਹਮੇਸ਼ਾ ਉਹਨਾਂ ਲੋਕਾਂ 'ਤੇ ਹੱਸਿਆ ਕਰਦਾ ਸੀ ਜਿਹੜੇ ਹਾਰਡ ਵਰਕਰਸ ਹੁੰਦੇ ਸੀ। ਆਈ ਯੂਜ਼ ਟੂ ਮੇਕ ਫਨ ਆਫ ਦੈਮ ਐਂਡ ਕਾਲਡ ਦੈਮ ਨਰਡਸ। ਇਹ ਇੰਪੋਰਟੈਂਟ ਲਾਈਨ ਹੈ ਬੇਟੇ। ਆਮ ਤੌਰ 'ਤੇ ਪੇਪਰ ਦੇ ਵਿੱਚ ਪੁੱਛਿਆ ਜਾਣ ਵਾਲਾ ਇਹ ਕੁਐਸਚਨ ਬਣਦਾ ਹੁੰਦਾ ਵੀ ਹਸਨ ਨਰਡਸ ਕਿਹਨੂੰ ਕਹਿੰਦਾ ਹੈਗਾ। ਨਰਡਸ ਉਹ ਕਹਿੰਦਾ ਸੀ ਹਾਰਡ ਵਰਕਰਸ ਨੂੰ। ਲਿਖਿਆ ਨਾ ਲਾਈਨ। ਮੈਂ ਉਹਨਾਂ 'ਤੇ ਹੱਸਿਆ ਕਰਦਾ ਸੀ। ਆਈ ਆਲਵੇਜ਼ ਲਾਫਡ ਐਟ ਦੋਜ਼ ਹੂ ਆਰ ਹਾਰਡ ਵਰਕਰਸ। ਅਤੇ ਹਾਰਡ ਵਰਕਰਸ ਨੂੰ ਤਾਂ ਮਜ਼ਾਕ ਉਡਾਉਂਦਾ ਸੀ ਅਤੇ ਉਹਨੂੰ ਕੀ ਕਹਿੰਦਾ ਸੀਗਾ, ਨਰਡਸ। ਟੂਡੇ ਦੋਜ਼ ਨਰਡਸ ਹੈਵ ਬਿਕਮ ਮਿਲੀਅਨਰਸ। ਜਿਹੜੇ ਉਹ ਨਰਡਸ ਜਿਹਨਾਂ ਨੂੰ ਮੈਂ ਕਹਿੰਦਾ ਸੀ ਨਾ, ਹੁਣ ਉਹ ਲੱਖਾਪਤੀ ਬਣ ਚੁੱਕੇ ਹੈ। ਨੋਬਡੀ ਲਾਈਕਡ ਮੀ ਇਨ ਮਾਈ ਆਫਿਸ ਬਿਕੋਜ਼ ਆਫ ਮਾਈ ਬਿਹੇਵੀਅਰ। ਮੇਰੇ ਬਿਹੇਵੀਅਰ ਕਰਕੇ ਆਫਿਸ ਵਿੱਚ ਮੈਨੂੰ ਕੋਈ ਪਸੰਦ ਨਹੀਂ ਕਰਦਾ ਸੀ। ਨੋ ਇੰਪਲਾਇਰ ਵੁੱਡ ਕੀਪ ਸੱਚ ਐਨ ਇੰਪਲਾਈ ਐਂਡ ਆਈ ਆਲਵੇਜ਼ ਲੋਸਟ ਵਾਟ ਐਵਰ ਜੋਬ ਆਈ ਟੁੱਕ ਅਪ। ਅਤੇ ਜਿਹੜੀ ਵੀ ਮੈਨੂੰ ਜੋਬ ਮਿਲੀ ਅਤੇ ਉਹ ਮੈਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ, ਕਿਉਂਕਿ ਇਸ ਤਰ੍ਹਾਂ ਦੇ ਇੰਪਲਾਈ ਨੂੰ ਕੋਈ ਪਸੰਦ ਨਹੀਂ ਕਰਦਾ ਵੀ ਜਿਹੜਾ ਰਿਸਪੋਂਸੀਬਲ ਨਹੀਂ, ਜਿਹੜਾ ਟਾਈਮ 'ਤੇ ਨਹੀਂ ਆਉਂਦਾ, ਜਿਹੜਾ ਉਹਦੀਆਂ ਰਿਸਪੋਂਸੀਬਿਲਿਟੀ ਸਮਝਦਾ ਨਹੀਂ ਪਿਆ। ਜੇ ਕੋਈ ਅਪੁਆਇੰਟਮੈਂਟ ਰੱਖੀ ਹੈ ਤਾਂ ਨਹੀਂ ਇਹ ਉਹਨੂੰ ਕੀਪ ਕਰ ਰਿਹਾ, ਜਾਂ ਮਤਲਬ ਉਸ 'ਤੇ ਪੂਰਾ ਉਤਰ ਰਿਹਾ। ਇਨ ਮਾਈ ਫਰਸਟ੍ਰੇਸ਼ਨ ਆਈ ਸਟਾਰਟਡ ਕੁਅਰਲਿੰਗ ਐਟ ਆਫਿਸ ਐਜ਼ ਵੈਲ ਐਜ਼ ਐਟ ਹੋਮ। ਹੁਣ ਕੀ ਹੋਇਆ, ਨੌਕਰੀ ਤੋਂ ਕੱਢ ਦਿੰਦੇ ਸੀਗੇ ਅਤੇ ਜਿਹੜੇ ਆਫਿਸ ਦੇ ਵਿੱਚ ਉਹ ਰਹਿੰਦਾ ਸੀਗਾ, ਜਦੋਂ ਮੰਨ ਲਓ ਦੂਜੀ ਨੌਕਰੀ 'ਤੇ ਗਿਆ ਉੱਥੇ ਮੈਂ ਆਫਿਸ ਵਿੱਚ ਵੀ ਲੜਦਾ ਅਤੇ ਘਰੇ ਵੀ ਲੜਦਾ। ਫਾਈਨਲੀ ਮਾਈ ਮਦਰ ਗੋਟ ਸੋ ਫੈਡ ਅਪ ਹੀ ਟੋਲਡ ਮੀ ਟੂ ਸਟੇ ਸੈਪਰੇਟਲੀ। ਫਿਰ ਅੰਤ ਵਿੱਚ ਮੇਰੇ ਪਿਤਾ ਮੇਰੇ ਤੋਂ ਅੱਕ ਗਏ ਅਤੇ ਮੈਨੂੰ ਕੀ ਕਿਹਾ, ਤੂੰ ਸਟੇ ਸੈਪਰੇਟਲੀ, ਮੈਨੂੰ ਵੱਖ ਕਰ ਦਿੱਤਾ। ਹੀ ਆਲਵੇਜ਼ ਗੇਵ ਮੀ ਏ ਲੋਟ ਆਫ ਫਰੀਡਮ ਬਟ ਆਈ ਨੈਵਰ ਪਿਕਡ ਅਪ ਮਾਈ ਓਨ ਗੁੱਡ ਹੈਬਿਟਸ। ਉਹਨਾਂ ਨੇ ਮੈਨੂੰ ਬਹੁਤ ਫਰੀਡਮ ਦਿੱਤੀ, ਪਰੰਤੂ ਮੈਂ ਆਪਦੀਆਂ ਚੰਗੀਆਂ ਆਦਤਾਂ ਨੂੰ ਪਿਕ ਨਹੀਂ ਕੀਤਾ, ਉਹਨਾਂ ਨੂੰ ਗ੍ਰਹਿਣ ਨਹੀਂ ਕੀਤਾ। ਮਾਈ ਸਟੇਟ ਟੂਡੇ ਇਜ਼ ਦਾ ਰਿਜ਼ਲਟ ਆਫ ਮਾਈ ਓਨ ਹੈਬਿਟਸ। ਜਿਹੜੀ ਮੇਰੀ ਹੁਣ ਸਟੇਟ ਹੈ ਨਾ, ਮੇਰੀ ਅਵਸਥਾ ਹੈ,
ये मेरियां आपदियां आदतां करके ही है। आई फैल्ट सॉरी फॉर हसन, मैनू हसन ते तरस आ रहा सी, हसन ते मैनू अफसोस हो रहा सी। who who with all his intelligence and good nature could not make it, ਜਿਹੜਾ ਇੰਨਾ ਇੰਟੈਲੀਜੈਂਟ ਹੋਣ ਦੇ ਬਾਵਜੂਦ ਵੀ, ਇੰਨੀ ਚੰਗੀ ਨੇਚਰ ਹੋਣ ਦੇ ਬਾਵਜੂਦ ਵੀ ਉਹ ਸਫਲ ਨਹੀਂ ਹੋ ਸਕਿਆ ਸੀ। ਹੁਣ ਆਪਾਂ ਨੈਕਸਟ ਪੇਜ ਪੜ੍ਹਦੇ ਹਾਂ। ਹਸਨ ਯੂ ਨਿਊ ਯੂਰ ਫਾਲਟਸ, ਹਸਨ ਤੈਨੂੰ ਤੇਰੀਆਂ ਫਾਲਟਸ ਦਾ ਪਤਾ ਹੈ, ਤੇਰੀਆਂ ਗਲਤੀਆਂ ਪਤਾ ਹੈ। ਯੂ ਕੁਡ ਹੈਵ ਇੰਪਰੂਵਡ, ਤੈਨੂੰ ਪਤਾ ਸੀ ਤੂੰ ਠੀਕ ਹੋ ਸਕਦਾ ਸੀ, ਤੂੰ ਇੰਪਰੂਵ ਕਰ ਸਕਦਾ ਸੀ, ਸੁਧਾਰ ਕਰ ਸਕਦਾ ਸੀ। ਐਂਡ ਮੇਡ ਏ ਬੈਟਰ ਲਾਈਫ ਫॉर yourself, ਤੇ ਤੂੰ ਆਪਦੇ ਲਈ ਇੱਕ ਚੰਗੀ ਜ਼ਿੰਦਗੀ ਬਣਾ ਸਕਦਾ ਸੀ। ਕੀ ਕਹਿ ਰਿਹਾ ਮੈਡਮ, ਉਹਨੂੰ ਸਮਝਾ ਰਿਹਾ ਹਸਨ, ਤੈਨੂੰ ਤੇਰੀਆਂ ਗਲਤੀਆਂ ਦਾ ਪਤਾ ਸੀ, ਤੂੰ ਸੁਧਾਰ ਕਰ ਸਕਦਾ ਸੀ, ਤੇਰੀ ਜ਼ਿੰਦਗੀ ਸਹੀ ਹੋ ਸਕਦੀ ਸੀ। ਦੇਅਰ ਇਜ਼ ਆਲਵੇਜ਼ ਏ ਸਟਾਰਟ ਐਟ ਐਨੀ ਏਜ, ਕਿਸੇ ਵੀ ਏਜ ਵਿੱਚ ਸਟਾਰਟ ਹੋ ਸਕਦਾ ਹੈ। ਡੋਂਟ ਗੈਟ ਡਿਸਅਪੁਆਇੰਟਡ, ਹੁਣ ਤੂੰ ਨਿਰਾਸ਼ ਨਾ ਹੋ। ਡਿਸਅਪੁਆਇੰਟਡ ਹੋਣਾ, ਨਿਰਾਸ਼ ਹੋਣਾ। ਯੂ ਮੇ ਹੈਵ ਲੋਸਟ ਏ ਬੈਟਲ ਬਟ ਯੂ ਕੈਨ ਸਟਿਲ ਵਿਨ ਦਾ ਵਾਰ, ਤੂੰ ਭਾਵੇਂ ਲੜਾਈ ਹਾਰ ਗਿਆ, ਬੈਟਲ ਹਾਰ ਗਿਆ, ਪਰ ਵਾਰ ਅਜੇ ਵੀ ਤੂੰ ਜਿੱਤ ਸਕਦਾ ਹੈ। ਮੈਡਮ ਓਲਡ ਹੈਬਿਟਸ ਡਾਈ ਹਾਰਡ, ਮੈਡਮ ਪੁਰਾਣੀਆਂ ਆਦਤਾਂ ਬਹੁਤ ਮੁਸ਼ਕਲ ਜਾਂਦੀਆਂ। ਓਲਡ ਹੈਬਿਟਸ ਡਾਈ ਹਾਰਡ, ਪੁਰਾਣੀਆਂ ਆਦਤਾਂ ਬਹੁਤ ਮੁਸ਼ਕਲ ਨਾਲ ਜਾਂਦੀਆਂ। ਬਟ ਹਸਨ ਇਟ ਇਜ਼ ਪੋਸੀਬਲ ਟੂ ਚੇਂਜ ਯੂਰ ਹੈਬਿਟਸ, ਪਰੰਤੂ ਹਸਨ ਆਪਦੀਆਂ ਆਦਤਾਂ ਨੂੰ ਬਦਲਿਆ ਜਾ ਸਕਦਾ ਹੈ। ਦੇਰ ਇਜ਼ ਨਥਿੰਗ ਵਿਚ ਇਜ਼ ਇੰਪੋਸੀਬਲ, ਕੋਈ ਵੀ ਅਜਿਹੀ ਚੀਜ਼ ਨਹੀਂ ਹੈ ਜਿਹੜੀ ਕਿ ਪੋਸੀਬਲ ਨਾ ਹੋਵੇ। ਯੂ ਓਨਲੀ ਰਿਕੁਆਇਰ ਵਿਲ ਪਾਵਰ, ਤੁਹਾਡੇ ਵਿੱਚ ਸਿਰਫ ਵਿਲ ਪਾਵਰ ਚਾਹੀਦੀ ਹੈ, ਤੁਹਾਡੇ 'ਚ ਇੱਛਾ ਸ਼ਕਤੀ ਚਾਹੀਦੀ ਹੈ। ਜੇ ਤੁਸੀਂ ਚਾਹੋ ਨਾ ਆਪਦੇ ਆਪ ਨੂੰ ਬਦਲਣਾ, ਫਿਰ ਬਦਲ ਸਕਦੇ ਹੋ। ਯੂ ਆਰ ਯੋਰ ਸੈਲਫ ਨਾਟ ਅਵੇਅਰ ਆਫ ਆਲ ਯੋਰ ਪੋਟੈਂਸ਼ੀਅਲ, ਤੈਨੂੰ ਆਪਣੇ ਹੀ ਆਪਦੀ ਸ਼ਕਤੀ ਦਾ, ਪੋਟੈਂਸ਼ੀਅਲ ਦਾ ਪਤਾ ਨਹੀਂ। ਪਲੀਜ਼ ਰਿਮੈਂਬਰ ਵੈਨ ਐਲਡਰ ਸੇ ਸਮਥਿੰਗ ਦੇ ਡੂ ਸੋ ਬਿਕੋਜ਼ ਦੇ ਵਾਂਟ ਯੂ ਟੂ ਲੀਡ ਏ ਬੈਟਰ ਲਾਈਫ ਦੈਨ ਦੈਮ, ਯਾਦ ਰੱਖੋ ਜਦੋਂ ਤੁਹਾਨੂੰ ਵੱਡੇ ਕੁਝ ਕਹਿ ਰਹੇ ਹੁੰਦੇ ਆ ਨਾ, ਤਾਂ ਉਹ ਸਿਰਫ ਤਾਂ ਹੀ ਕਹਿ ਰਹੇ ਹੁੰਦੇ ਆ ਵੀ ਉਹ ਚਾਹੁੰਦੇ ਆ ਵੀ ਜਿਹੜੀ ਤੁਹਾਡੀ ਜ਼ਿੰਦਗੀ ਆ ਉਹਨਾਂ ਨਾਲੋਂ ਬੈਟਰ ਹੋਵੇ, ਤੁਸੀਂ ਜ਼ਿਆਦਾ ਵਧੀਆ ਤੱਕ ਤਰੀਕੇ ਨਾਲ ਜੀ ਸਕੋ। ਐਕਸਲੈਂਸ ਡਜ਼ ਨਾਟ ਕਮ ਬਾਈ ਐਕਸੀਡੈਂਟ ਬਟ ਬਾਈ ਪ੍ਰੈਕਟਿਸ। ਹੁਣ ਐਕਸਲੈਂਸ ਹੈ, ਮੰਨ ਲਓ ਕਿਸੇ ਨੇ ਕਿਸੇ ਚੀਜ਼ 'ਚ ਮਹਾਰਤ ਕਰਨੀ ਹੈ, ਉਹ ਬਾਈ ਐਕਸੀਡੈਂਟ ਇੱਕਦਮ ਅਚਾਨਕ ਹੀ ਨਹੀਂ ਆ ਜਾਂਦੀ, ਉਹ ਉਹਦੇ ਵਾਸਤੇ ਪ੍ਰੈਕਟਿਸ ਕਰਨੀ ਪੈਂਦੀ ਹੈ। ਆਈ ਕੁਡ ਸੀ ਏ ਟਵਿੰਕਲ ਇਨ ਹਿਜ਼ ਆਈਜ਼, ਹੁਣ ਜਦੋਂ ਆ ਸਾਰੀਆਂ ਗੱਲਾਂ ਟੀਚਰ ਨੇ ਸਮਝਾਈਆਂ ਤਾਂ ਮੈਨੂੰ ਉਸ ਦੀਆਂ ਅੱਖਾਂ ਦੇ ਵਿੱਚ ਚਮਕ ਨਜ਼ਰ ਆਈ। ਆਈ ਥਾਟ ਆਈ ਸਾ ਏ ਗਲਿੰਪਸ ਆਫ ਦਾ ਯੰਗ ਬ੍ਰਾਈਟ ਹਸਨ, ਅਤੇ ਮੈਨੂੰ ਉਸੇ ਬ੍ਰਾਈਟ ਹਸਨ, ਪੁਰਾਣਾ ਜਦੋਂ ਮੇਰਾ ਸਟੂਡੈਂਟ ਸੀ, ਉਸ ਦੀ ਝਲਕ ਮਿਲੀ ਉਹਦੇ ਵਿੱਚ। ਆਈ ਵਿਲ ਟਰਾਈ ਮਾਈ ਬੈਸਟ ਮੈਡਮ, ਮੈਂ ਆਪਦੀ ਪੂਰੀ ਕੋਸ਼ਿਸ਼ ਕਰਾਂਗਾ। ਹੀ ਪ੍ਰੋਮਿਸਡ, ਉਸਨੇ ਪ੍ਰੋਮਿਸ ਕੀਤਾ। ਐਜ਼ ਹੀ ਰੋਜ਼ ਟੂ ਲੀਵ, ਜਦੋਂ ਉਹ ਜਾਣ ਲਈ ਉੱਠਦਾ ਪਿਆ ਸੀ ਤਾਂ ਕੀ ਕਹਿ ਰਿਹਾ ਸੀ, ਮੈਡਮ ਮੈਂ ਆਪਦੀ ਪੂਰੀ ਕੋਸ਼ਿਸ਼ ਕਰਾਂਗਾ, ਮੈਂ ਪ੍ਰੋਮਿਸ ਕਰਦਾ। ਆਈ ਹੈਵ ਨਾਟ ਮੈਟ ਹਸਨ ਸਿੰਸ ਦੈਟ ਡੇ, ਮੈਂ ਉਸ ਦਿਨ ਤੋਂ ਬਾਅਦ ਹਸਨ ਨੂੰ ਨਹੀਂ ਮਿਲੀ। ਆਈ ਹੋਪ ਟੂ ਬੰਪ ਇਨਟੂ ਹਿਮ ਅਨਐਕਸਪੈਕਟਡਲੀ ਵਨਸ ਅਗੇਨ, ਅਤੇ ਮੈਨੂੰ ਉਮੀਦ ਹੈ ਬੰਪ ਇਨਟੂ, ਅਚਾਨਕ ਮਿਲਣਾ, ਮੈਨੂੰ ਲੱਗਦਾ ਮੈਂ ਕਿਸੇ ਵਾਰੀ ਅਚਾਨਕ ਹੀ ਉਸਨੂੰ ਕਿਤੇ ਨਾ ਕਿਤੇ ਮਿਲੂੰਗੀ। ਐਂਡ ਦਿਸ ਟਾਈਮ ਫਾਈਂਡ ਹਿਮ ਹੈਪੀ ਐਂਡ ਸਕਸੈਸਫੁਲ, ਅਤੇ ਮੈਂ ਉਸ ਨੂੰ ਹੈਪੀ ਅਤੇ ਸਕਸੈਸਫੁਲ ਹੋਇਆ ਦੇਖੂੰਗੀ। ਤਾਂ ਬੇਟੇ ਇਹ ਸਾਰਾ ਲੈਸਨ ਆਪਾਂ ਪੜ੍ਹ ਲਿਆ। ਥੱਲੇ ਇੱਥੇ ਮੀਨਿੰਗ ਦੱਸੇ ਹੋਏ ਆ, ਜਿਵੇਂ ਆਪਾਂ ਪਹਿਲਾਂ ਪੜ੍ਹ ਲਏ। ਐਚ ਮੈਨੇ ਕੋਈ ਚੀਜ਼ ਮਾਈਂਡ ਵਿੱਚ ਆਪਣੇ ਜਦੋਂ ਛਾਪ ਛੱਡ ਜਾਂਦੀ ਹੈ। ਐਫਲੂਐਂਟ ਦਾ ਮਤਲਬ ਅਮੀਰ। ਅਪੋਲੋਜੈਟਿਕਲੀ ਜਦੋਂ ਆਪਾਂ ਮੁਆਫੀ ਮੰਗਦੇ ਹਾਂ। ਐਕਿਊਜ਼ਿੰਗਲੀ ਕਿਸੇ ਦੇ ਦੋਸ਼ ਲਾਉਣਾ। ਪਲੰਪ ਮੈਨੇ ਮੋਟਾ। ਪਰਪੈਚੁਅਲ ਜਿਹੜੀ ਲਗਾਤਾਰ ਚੱਲਦੀ ਹੈ। ਨਰਡ ਕਿਹਨੂੰ ਕਿਹਾ ਸੀ ਉਹਨੇ, ਬੋਰਿੰਗ ਪੀਪਲ ਨੂੰ, ਤੇ ਹਾਰਡ ਵਰਕਿੰਗ ਨੂੰ। ਗਲਿੰਪਸ ਦਾ ਮਤਲਬ ਝਲਕ ਹੁੰਦਾ ਹੈ। ਇਸੇ ਤਰ੍ਹਾਂ ਹੀ ਬੰਪ ਇਨਟੂ ਮੈਨੇ ਹੁੰਦਾ ਵੀ ਕਿਸੇ ਨੂੰ ਅਚਾਨਕ ਮਿਲਣਾ। ਤਾਂ ਇਹ ਆਪਣਾ ਲੈਸਨ ਬੇਟੇ ਖਤਮ ਹੋ ਗਿਆ। ਤੁਸੀਂ ਇਹਨੂੰ 2 ਵਾਰੀ ਸੁਣ ਲਿਆ ਜੀ, ਤੁਹਾਨੂੰ ਸਾਰੇ ਲੈਸਨ ਦੀ ਸਮਝ ਆ ਜਾਊਗੀ। ਫਿਰ ਆਪਾਂ ਇਸ ਤੋਂ ਬਾਅਦ ਇਸ 'ਤੇ ਕੁਐਸਚਨ ਵੀ ਡਿਸਕਸ ਕਰਾਂਗੇ ਨੈਕਸਟ ਵੀਡੀਓ ਵਿੱਚ। ਥੈਂਕ ਯੂ।